सो प्रभु का शुक्र होवे। ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਚੌਥੇ ਰੰਗ ਨੂੰ ਦੇਖ ਰਹੇ ਹਾਂ ਪਰਦੇ ਦੇ ਵਿੱਚ। ਚੌਥਾ ਜਿਹੜਾ ਰੰਗ ਹੈ ਉਹ ਪਰਮੇਸ਼ਰ ਦੀ ਧਾਰਮਿਕਤਾ ਨੂੰ ਦਿਖਾਉਂਦਾ ਹੈ ਔਰ ਪੂਰਨ ਮਨੁੱਖ ਨੂੰ ਔਰ ਸਿੱਧਤਾ ਨੂੰ ਔਰ ਨਿਸ਼ਕਲੰਕਤਾ ਨੂੰ। ਅਸੀਂ ਸਾਰੀਆਂ ਗੱਲਾਂ ਨੂੰ ਦੇਖਾਂਗੇ, ਵਿੱਚੋਂ ਸਿਰਫ ਇੱਕ ਧਾਰਮਿਕਤਾ ਨੂੰ ਲਵਾਂਗੇ ਤਾਂ ਕਿ ਅਸੀਂ ਅੱਗੇ ਫਿਰ ਵੱਧ ਸਕੀਏ। ਕਿਉਂਕਿ ਵਿਸ਼ਾ ਇੱਦਾਂ ਦਾ ਹੈ ਕਿ ਇਹਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਬਾਈਬਲ ਦਾ ਸਾਰਾ ਉਪਦੇਸ਼ ਹੈ, ਕਿਸੇ ਪਾਸੇ ਨੂੰ ਵੀ ਚੱਲ ਜਾਓ, ਕਿਸੇ ਵਿਸ਼ੇ ਨੂੰ ਲੈ ਕੇ ਚੱਲੋ, ਬਹੁਤ ਜ਼ਿਆਦਾ ਖੁੱਲ੍ਹਦਾ ਹੈ ਅੱਗੇ ਨੂੰ। ਸੋ ਅਸੀਂ ਸਿੱਖ ਵੀ ਸਕੀਏ, ਪੂਰਾ ਵਿਸ਼ਾ ਵੀ ਲੈ ਲਈਏ, ਉਹਦੇ ਲਈ ਵਿੱਚੋਂ ਇੱਕ ਇੱਕ ਗੱਲ ਨੂੰ ਲੈ ਜਾਂਦੇ। ਧਾਰਮਿਕਤਾ। ਚੌਥਾ ਰੰਗ ਕੀ ਆ? ਸਫੇਦ, ਜਿਹੜਾ ਕੀ ਦਿਖਾਉਂਦਾ ਆ? ਪਰਮੇਸ਼ਰ ਦੀ ਧਾਰਮਿਕਤਾ। ਪਰਮੇਸ਼ਰ ਦੀ ਧਾਰਮਿਕਤਾ। ਸੋ ਇਹ ਧਾਰਮਿਕਤਾ ਪਰਮੇਸ਼ਰ ਦੀ ਜਿਹੜੀ ਸੀ ਇਹ ਕਿਹਦੇ ਵਿੱਚ ਪਾਈ ਗਈ ਆ? ਪ੍ਰਭੂ ਯਿਸੂ ਮਸੀਹ। ਹਾਲੇਲੂਇਆ, ਹਾਲੇਲੂਇਆ। ਸੋ ਦੇਖੋ ਨਾ, ਧਿਆਨ ਕਰੋ ਕਿ ਇਹ ਧਾਰਮਿਕਤਾ ਪ੍ਰਭੂ ਯਿਸੂ ਮਸੀਹ ਚ ਪਾਈ ਗਈ ਆ। ਇੱਥੇ ਪਰਦੇ ਚ ਆਪਾਂ ਜਦ ਦੇਖਦੇ ਹਾਂ, ਧਾਰਮਿਕਤਾ ਪਾਉਣ ਤੋਂ ਬਾਅਦ ਹੀ ਘਟਿਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਹਦਾ ਮਤਲਬ ਜੇ ਫਟਣਾ ਹੈ ਤੇ ਪਹਿਲਾਂ ਫਿਰ ਧਾਰਮਿਕਤਾ ਲਈ ਵੀ ਸਾਡੇ ਕੋਲ ਹੋਣਾ ਹੈ, ਇੱਕ ਵਜੂਦ ਸਾਡੇ ਅੰਦਰ ਧਾਰਮਿਕਤਾ ਦਾ ਵੀ ਹੋਣਾ ਹੈ। ਹਾਲੇਲੂਇਆ, ਹਾਲੇਲੂਇਆ। ਇਹਦੇ ਚ ਕੁਝ ਗੱਲਾਂ ਔਖੀਆਂ ਹੈ ਜਿਹੜੀਆਂ ਫਿਰ ਬਾਅਦ ਵਿੱਚ ਅਸੀਂ ਤਸਵੀਰਾਂ ਦੇ ਰਾਹੀਂ ਥੋੜਾ ਸਮਝ ਲਵਾਂਗੇ। ਲੋਕੇਸ਼ਨ ਉਹਦੀ ਦਿਖਾ ਦਿੱਤੀ ਜਾਏਗੀ ਤਸਵੀਰਾਂ ਵਿੱਚ ਤਾਂ ਕਿ ਗੱਲ ਸਮਝ ਆ ਜਾਵੇ। ਸੋ ਆ ਜਾਓ ਫਿਰ। ਕੱਲ ਆਪਾਂ ਦੇਖ ਰਹੇ ਸੀ, ਮੇਰਾ ਖਿਆਲ ਆ ਰੋਮੀਓ ਰੋਮੀਓ 3:30, ਤਿੰਨ ਦੀ 24 ਨਾ, ਰੋਮੀਓ 3:24, 4:16 ਨਹੀਂ ਸੀ। ਇਹ ਸੁਸਮਾਚਾਰ ਸੀ ਨਾ, ਫਸਲੀ ਤੋਂ ਹਾਂ, ਸੁਸਮਾਚਾਰ ਚ ਸੀਗੇ। ਲਾਸਟ ਸੀਗੀ ਗਲਾਤੀਆਂ 2 ਦੇ ਪਹਿਲਾਂ ਆਪਾਂ ਦੇਖਿਆ ਕੱਲ ਵੀ ਪਰਮੇਸ਼ਰ ਵੱਲੋਂ ਆ ਧਾਰਮਿਕਤਾ, ਪਰ ਵਸੀਲਾ ਕੌਣ ਹੈ? ਯਿਸੂ ਮਸੀਹ। ਇਹ ਪਰਮੇਸ਼ਰ ਨੇ ਸਾਨੂੰ ਧਾਰਮਿਕਤਾ ਦੇਣੀ ਹੈ ਤੇ ਕਿਹਦੇ ਥਰੂ? ਯਿਸੂ ਮਸੀਹ ਦੇ ਥਰੂ। ਹਾਲੇਲੂਇਆ, ਹਾਲੇਲੂਇਆ। ਤੇ ਜੇ ਉਹਨੇ ਯਿਸੂ ਮਸੀਹ ਦੇ ਥਰੂ ਧਾਰਮਿਕਤਾ ਦੇਣੀ ਆ ਤੇ ਫਿਰ ਵਿਵਸਥਾ ਦਾ ਸਾਡੇ ਤੇ ਕੋਈ ਹੱਕ ਹੈਗਾ ਨਹੀਂ। ਹਾਲੇਲੂਇਆ, ਹਾਲੇਲੂਆ। ਕਿਉਂਕਿ ਥਰੂ ਕਿਹਦੇ ਹੋ ਗਈ ਆ? ਯਿਸੂ ਮਸੀਹ ਦੇ। ਤੇ ਜਦੋਂ ਵਿਵਸਥਾ ਦਾ ਹੱਕ ਨਹੀਂਗਾ ਤੇ ਫਿਰ ਸਾਡੀ ਕੋਈ ਜੇ ਵਿਵਸਥਾ ਨੂੰ ਵੀ ਹਟ ਕੇ, ਵਿਵਸਥਾ ਤੋਂ ਹਟ ਕੇ ਸੋਚੀਏ ਵੀ ਅਸੀਂ ਆਪਣੇ ਬਲ ਦੇ ਨਾਲ ਇਸ ਧਾਰਮਿਕਤਾ ਨੂੰ ਪਾ ਲਈਏ ਤੇ ਉਹ ਵੀ ਹੋ ਸਕਦਾ ਨਹੀਂ। ਫਿਰ ਅੱਗੇ ਆਪਾਂ ਦੇਖਿਆ ਸੁਸਮਾਚਾਰ। ਇਹਦੇ ਲਈ ਕੀ ਠਹਿਰਾ ਦਿੱਤਾ ਗਿਆ ਆ? ਸੁਸਮਾਚਾਰ। ਔਰ ਸੁਸਮਾਚਾਰ ਦੇ ਵਿੱਚ ਵੀ ਆਪਾਂ ਦੇਖਿਆ ਵੀ ਇਹ ਕੰਮਾਂ ਦੇ ਨਾਲ ਨਹੀਂ ਹੋਣੀ ਜਾਂ ਸਾਡੇ ਵਿਸ਼ਵਾਸ ਦੇ ਨਾਲ ਨਹੀਂ ਹੋਣੀ। ਜਿਹੜਾ ਪ੍ਰਭੂ ਵੱਲੋਂ ਸਾਨੂੰ ਸੌਂਪਿਆ ਜਾਂਦਾ ਵਿਸ਼ਵਾਸ, ਜਾਂ ਦੂਸਰੇ ਸ਼ਬਦਾਂ ਵਿੱਚ ਯਿਸੂ ਮਸੀਹ ਦੇ ਲਹੂ ਦੇ ਵਿਸ਼ਵਾਸ ਕਰਨ ਦੇ ਨਾਲ ਵਿਸ਼ਵਾਸ ਵੀ ਕਰਨਾ ਹੈ ਅਸੀਂ, ਪਰ ਕਰਨਾ ਕਹਦੇ ਆ ਯਿਸੂ ਮਸੀਹ ਦਾ ਲਹੂ ਸਾਡੇ ਲਈ ਵਹਾਇਆ ਗਿਆ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਿਆ ਸੀਗਾ ਰੋਮੀਓ ਲਾਸਟ ਰੋਮੀਓ ਗਲਾਤੀਆਂ 2:16। ਠੀਕ ਹੈ। ਹੁਣ ਦੇਖ ਲਓ, ਕਿਰਪਾ ਦੇ ਨਾਲ ਆ। ਸੁਸਮਾਚਾਰ ਕੀ ਕਹਿੰਦਾ ਆ? ਕਿਰਪਾ ਦੇ ਦੁਆਰਾ ਆ। ਰੋਮੀਓ 3:24 ਆ। ਸੁਸਮਾਚਾਰ ਵਿੱਚ ਆਪਾਂ ਜਿਹੜੀਆਂ ਆਇਤਾਂ ਪੜ੍ਹੀਆਂ ਇਹਦੇ ਵਿੱਚ ਤੁਸੀਂ ਅਗਰ ਤੁਹਾਡੇ ਕੋਲ ਜਗ੍ਹਾ ਹੈ ਤੇ ਲਿਖ ਲਓ। ਸੁਸਮਾਚਾਰ ਦੇ ਵਿੱਚ ਆਪਾਂ ਲਿਖਿਆ ਕਿ ਸੁਸਮਾਚਾਰ ਦੇ ਥਰੂ ਸਾਨੂੰ ਧਾਰਮਿਕਤਾ ਮਿਲਦੀ ਆ, ਜਾਂ ਅਸੀਂ ਧਾਰਮਿਕਤਾ ਨੂੰ ਹਾਸਲ ਕਰ ਸਕਦੇ ਹਾਂ, ਉਹ ਵੀ ਯਿਸੂ ਮਸੀਹ ਦੇ ਸੁਸਮਾਚਾਰ। ਉਹਦੇ ਚ ਸੀਗਾ ਪੇੜ ਤੇ ਜਿਹੜੇ 13:39 ਲਿਖੀ ਸੀ ਨਾ, ਇਹਦੇ ਨਾਲ ਕੁਝ ਆਇਤਾਂ ਗਲਾਤੀਆਂ 3:11 ਤੱਕ ਸੀਗਾ। ਇਹਦੇ ਵਿੱਚੋਂ ਕਿਸੇ ਵੀ ਆਇਤ ਦੇ ਸਾਹਮਣੇ ਲਿਖ ਲਓ, ਕੰਮਾਂ ਨਾਲ ਨਹੀਂ ਹੈ। ਅਗਰ ਲਿਖਣਾ ਚਾਹੁੰਦੇ ਲਿਖ ਲਓ, ਵੈਸੇ ਤਾਂ ਉਹਦੇ ਵਿੱਚ ਹੀ ਸਾਰੇ ਹਿੰਟ ਹੈਗੇ। ਆ ਜਾਓ ਤੁਸੀਂ ਪੜ੍ਹਦੇ ਹਾਂ ਰੋਮੀਓ 3:24। रोमियो 3:24। परंतु उसके अनुग्रह से हाँ उस छुटकारे के द्वारा हाँ जो मसीह यीशु में है सेठ में धर्मी ठहराए जाते हैं। हाँ अनुग्रह ਦੇ ਨਾਲ ਉਹਦੇ ਅਨੁਗ੍ਰਹਿ ਦੇ ਨਾਲ, ਉਹਦੀ ਕਿਰਪਾ ਦੇ ਨਾਲ ਅਸੀਂ ਸੇਂਤਮੇਤ ਸ਼ਬਦ ਕੀ ਹੋਇਆ ਪੰਜਾਬੀ ਚ ਦੇਖੋ ਮੜਿਆ 3:24 ਪੰਜਾਬੀ ਹੈ ਕਿਸੇ ਕੋ? 3:24 ਸੋ ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਕਤ ਧਰਮੀ ਗਿਣੇ ਜਾਂਦੇ ਹਨ। ਮੁਕਤ ਧਰਮੀ ਸੇਂਤਮੇਤ ਮਤਲਬ ਮੁਕਤ ਧਰਮੀ, ਯਾਨੀ ਕਿ ਇਹਦੇ ਨਾਲ
ਕੁਝ ਵੀ ਸਾਡਾ ਕੁਝ ਲੱਗਿਆ ਨਹੀਂ। ਲੱਗਿਆ ਨਹੀਂ। ਹਾਂ। ਸਿਹਤਮੰਦ ਲਿਖ ਲਓ ਤੁਸੀਂ। ਕਿਰਪਾ ਦੇ ਦੁਆਰਾ ਸਿਹਤਮੰਦ ਵੀ ਠਹਿਰਾਏ ਜਾਂਦੇ ਆ। ਔਰ ਇਸੇ ਗੱਲ ਨੂੰ ਹੋਰ ਪੂਰਾ ਕਰਨ ਲਈ 4:16 ਵੀ ਦੇਖ ਲਓ, रोमियो 4:16। इसी कारण वह विश्वास में के द्वारा मिलती है कि अनुग्रह की रीति पर हो, हाँ। कि प्रतिज्ञा सब वंश के लिए दृढ़ हो, ना कि केवल उसके लिए जो व्यवस्था वाला है, वरन उनके लिए भी जो इब्राहिम के समान विश्वास वाले हैं। हाँ। वही तो हम सबका पिता है। हाँ, अब्राहम दे विश्वास वाले ਜਿਹੜੇ ਆ, ਹਾਲੇਲੂਇਆ, ਹਾਲੇਲੂਇਆ। ਉਹ ਚਾਹੇ ਵਿਵਸਥਾ ਵਾਲੇ ਹੋਣ ਤੇ ਚਾਹੇ ਵਿਵਸਥਾ ਤੋਂ ਬਾਹਰ ਵਾਲੇ ਹੋਣ, ਵਿਸ਼ਵਾਸ ਕਿੱਦਾਂ ਦਾ ਚਾਹੀਦਾ ਹੈ? ਅਬਰਾਹਮ ਵਾਲਾ। ਠੀਕ ਹੈ। ਔਰ ਇਹਦੇ ਨਾਲ ਹੀ रोमियो 5:17 ਤੋਂ 21 ਵੀ ਦੇਖ ਲਓ। क्योंकि जब एक मनुष्य के अपराध के कारण हाँ। मृत्यु ने उस एक ही के द्वारा राज्य किया, हाँ। तो जो लोग अनुग्रह और धर्म रूपी वरदान बहुतायत से पाते हैं, वह एक मनुष्य के अर्थात यीशु मसीह के द्वारा अवश्य ही अनंत जीवन में राज्य करेंगे। हाँ। इसलिए जैसा एक अपराध सब मनुष्यों के लिए दंड की आज्ञा का कारण हुआ, हाँ। वैसा ही एक धर्म का काम भी सब मनुष्यों के लिए जीवन के निमित्त धर्मी ठहराए जाने का कारण हुआ। हाँ। ठीक ही ना? हाँ। हाँ। क्योंकि जैसा एक मनुष्य के आज्ञा ना मानने से बहुत लोग पापी ठहरे, वैसे ही एक मनुष्य की आज्ञा मानने से बहुत लोग धर्मी ठहरेंगे। हाँ। और व्यवस्था बीच में आ गई कि अपराध बहुत हो, परंतु जहाँ पाप बहुत हुआ वहाँ अनुग्रह उससे भी कहीं अधिक हुआ। हाँ। कि जैसा पाप ने मृत्यु फैलाते हुए राज किया, वैसा ही हमारे प्रभु यीशु मसीह के द्वारा अनुग्रह भी अनंत जीवन के लिए धर्मी ठहराते हुए राज्य करे। ਹਾਲੇਲੂਇਆ। ਬਹੁਤ ਗਹਿਰੀ ਗੱਲ ਹੈ ਇਹਦੇ ਵਿੱਚ। ਪਾਪ ਨੇ ਵੀ ਕੀ ਕੀਤਾ ਆ? ਬਹੁਤ ਰਾਜ ਕੀਤਾ ਨਾ। ਹਾਲੇਲੂਇਆ। ਪਾਪ ਨੇ ਫੈਲ ਕੇ ਰਾਜ ਕੀਤਾ ਹੈ ਮੌਤ ਦੇ ਦੁਆਰਾ, ਹੈ ਨਾ, ਮੌਤ ਦੇ ਦੁਆਰਾ। ਪਰ ਇਧਰ ਅਨੁਗ੍ਰਹਿ ਨੇ ਕੀ ਕੀਤਾ ਆ? ਅਨੁਗ੍ਰਹਿ ਵੀ ਰਾਜ ਕਰਦਾ ਜਾ ਰਿਹਾ ਆ ਅਨੰਤ ਜੀਵਨ ਦੇ ਦੁਆਰਾ। ਹਾਲੇਲੂਇਆ। ਉਧਰ ਮੌਤ ਆਈ ਜਾ ਰਹੀ ਆ, ਅਨੰਤ ਮੌਤ ਆ। ਪਾਪ ਕੀ ਲੈ ਕੇ ਆ ਰਿਹਾ? ਅਨੰਤ ਮੌਤ, ਯਾਨੀ ਕਿ ਮੌਤ ਫੈਲਦੀ 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 ਜਾ ਰਹੀ ਆ। ਹਾਲੇਲੂਇਆ। ਪਰ ਇਹ 2000 ਸਾਲ ਤੋਂ ਜਦੋਂ ਤੋਂ ਯਿਸੂ ਮਸੀਹ ਨੇ ਸਲੀਬ ਤੇ ਜਾਨ ਦਿੱਤੀ ਆ, ਕੀ ਹੁੰਦਾ ਜਾ ਰਿਹਾ? ਅਨੰਤ ਜੀਵਨ ਫੈਲਦਾ ਫੈਲਦਾ ਜਾ ਰਿਹਾ। ਹਾਲੇਲੂਇਆ। ਹਾਲੇਲੂਇਆ। ਇਹੀ ਜਗ੍ਹਾ ਹੈ, ਇਹੀ ਉਹ ਸਥਾਨ ਹੈ, ਜ਼ਮੀਨ ਜਿੱਥੋਂ ਲੋਕ ਅਨੰਤ ਕਾਲ ਦੀ ਮੌਤ ਲਈ ਵੀ ਤਿਆਰ ਹੋ ਰਹੇ ਆ ਤੇ ਅਨੰਤ ਕਾਲ ਦੇ ਜੀਵਨ ਦੇ ਲਈ ਵੀ ਤਿਆਰ ਹੋ ਰਹੇ। ਹਾਲੇਲੂਇਆ। ਇਸ ਲਈ ਅਸੀਂ ਧਿਆਨ ਕਰਨਾ ਹੈ ਕਿ ਜਦੋਂ ਯਿਸੂ ਵੱਲ ਅਸੀਂ ਆਏ ਹਾਂ, ਕਿਰਪਾ ਦਾ ਇੱਕ ਯੁੱਗ ਵੀ ਆ। ਇਹ ਚੱਲ ਰਿਹਾ, ਜਿਹੜਾ ਯੁੱਗ ਹੈ ਕਾਹਦਾ ਚੱਲ ਰਿਹਾ ਹੈ? ਕਿਰਪਾ ਦਾ ਯੁੱਗ ਚੱਲ ਰਿਹਾ ਹੈ। ਹਾਲੇਲੂਇਆ। ਯਾਨੀ ਕਿ ਇਸ ਟਾਈਮ ਖੁਦਾ ਆਪਣੀ ਕਿਰਪਾ ਵਾਲੇ ਤਖਤ ਤੇ ਬਿਠਾ ਪਿਆ ਆ ਔਰ ਉਹ ਸਾਡੇ ਘਿਨਾਉਣੇ ਤੋਂ ਘਿਨਾਉਣੀਆਂ ਗਲਤੀਆਂ ਨੂੰ ਕੀ ਕਰ ਰਿਹਾ ਆ? ਮਾਫ ਕਰ ਰਿਹਾ ਆ। ਜੇਕਰ ਕੋਈ ਡਿੱਗਿਆ ਹੋਇਆ ਉਹਨੂੰ ਉੱਠਣ ਦਾ ਚਾਂਸ ਦੇ ਰਿਹਾ। ਹਾਲੇਲੂਇਆ। ਹੈ ਨਾ। ਜਿਹੜਾ ਵੀ ਡਿੱਗੇ, ਫਿਰ ਵਚਨ ਚ ਲਿਖਿਆ ਵੀ ਹੋਇਆ, ਧਰਮੀ ਜੇਕਰ 7 ਵਾਰੀ ਵੀ ਡਿੱਗੇ ਤਾਂ ਉਹਨੂੰ ਉਠਾ ਖੜਾ ਕਰੂਗਾ। ਹਾਲੇਲੂਇਆ। ਕਿਉਂਕਿ ਧਰਮੀ 7 ਵਾਰੀ ਡਿੱਗੇ ਤੋਂ ਭਾਵ ਕੀ ਆ? ਧਰਮੀ ਜਿਹੜਾ ਜਦੋਂ ਡਿੱਗਦਾ ਨਾ ਤੇ ਉਹਨੂੰ ਚੈਨ ਆਉਂਦਾ ਨਹੀਂ। ਚੈਨ ਨਹੀਂ। ਹਾਲੇਲੂਇਆ। ਜਿਹੜਾ ਦੁਸ਼ਟ ਦੇਖਦਾ ਹੈ ਉਹ ਦੁਸ਼ਟਤਾ ਵਿੱਚ ਉਹਦੀ ਮੱਤ ਮਰੀ ਹੁੰਦੀ, ਉਹ ਫਿਰ ਦੁਸ਼ਟਪੁਣਾ ਕਰਦਾ ਹੀ ਰਹਿੰਦਾ। ਪਰ ਧਰਮੀ ਚੋਂ ਕਿਤੇ ਦੁਸ਼ਟਪੁਣਾ ਹੋ ਜਾਵੇ ਉਹਨੂੰ ਚੈਨ ਆਉਂਦਾ, ਮੇਰੇ ਤੋਂ ਪਾਪ ਹੋ ਗਿਆ, ਮੇਰਾ ਪ੍ਰਮਾਤਮਾ ਨਾਲ ਨਾਤਾ ਕਮਜ਼ੋਰ ਹੋ ਗਿਆ। ਉਹਦੇ ਅੰਦਰੋਂ ਇਹ ਸੌਣ ਵੇਲੇ ਪੈਣ ਵੇਲੇ ਸੁਪਨਿਆਂ ਚ ਵੀ ਉਹਨੂੰ ਇਹ ਹਾਲੇਲੂਇਆ ਮੇਰੇ ਕੋਲ ਭੁੱਲ ਹੋ ਗਈ ਆ। ਜੇ ਉਹ ਕਲੀਅਰ ਨਾ ਹੋਈ, ਜੇ ਉਹ ਦੋਸ਼ ਨਾ ਗਿਆ ਤੇ ਫਿਰ ਬੜਾ ਮੁਸ਼ਕਲ ਹੈ। ਹਾਲੇਲੂਇਆ। ਹਾਲੇਲੂਇਆ। ਭਾਜੀ ਅਭੀ ਕਿੱਥੇ ਆ? ਇਹ ਤੁਹਾਨੂੰ ਹੁਣ ਸਜ਼ਾ ਦੇ ਦੇਣੀ ਮੈਂ ਚੰਗੀ ਤਰ੍ਹਾਂ ਠੁਕਮੀ, ਜੇ ਹੁਣ ਤੁਸੀਂ ਉਹਨੂੰ ਨਹੀਂ ਡਾਂਟ ਸਕੋਗੇ ਤਾਂ। ਕਿਉਂਕਿ ਇੱਕ ਅੱਗੇ ਵੱਡਾ ਗਿਆ ਆ, ਤੁਹਾਡੇ ਹੱਥੋਂ ਨਿਕਲ ਗਿਆ, ਹੁਣ ਉਹਦੀ ਵਾਰੀ ਆਈ ਹੋਈ। ਜਦੋਂ ਮਰਜ਼ੀ ਛੁੱਟੀ ਕਰ ਰਿਹਾ, ਇੱਥੇ ਇੱਕ ਡਿਊਟੀ ਆ। ਤੁਸੀਂ ਮੈਨੂੰ ਇਹਦੇ ਦੇ ਦਿਓ ਸਾਰਾ, ਮੈਨੂੰ ਨਾ ਹੱਕ ਦੇ ਦਿਓ ਉਹਦਾ। ਦੇਖੋ ਕਿਹੜੇ ਹਿਸਾਬ ਨਾਲ ਮੈਂ ਸਿੱਧਾ ਕਰਦਾ। ਇਸ ਟਾਈਮ ਅਸੀਂ ਬੰਦਗੀ ਕਰ ਰਹੇ ਹਾਂ, ਕਿੱਥੇ ਹੋਊਗਾ ਉਹ ਤੁਹਾਨੂੰ ਪਤਾ ਵੀ ਨਹੀਂ ਕਿੱਥੇ। ਠੀਕ ਹੈ, ਕਿਆ ਹੈ ਨਾ। ਚਲੋ ਹੁਣ ਬੰਦਗੀ ਤੋਂ ਬਾਅਦ ਚੱਲਣਾ। ਕੱਲ ਨੂੰ ਜਦੋਂ ਰਾਤ ਚੱਲਦੇ, ਜੇ ਉਹ ਨਾ ਆਇਆ ਤੁਸੀਂ ਆਰਾਧਨਾ ਕਰਨੀ ਤੇ ਮੈਨੂੰ ਲੱਭਣਾ। ਉਹ ਬੰਦਾ ਬੜੇ ਕੰਮ ਦਾ ਆ, ਉਹ ਜੇਕਰ ਇੱਥੋਂ ਇਸ ਟਾਈਮ ਹੱਥੋਂ ਨਿਕਲ ਗਿਆ ਫਿਰ ਉਹ ਸਾਂਭਿਆ ਨਹੀਂ ਜਾਣਾ।
ਕਿਉਂਕਿ ਆਸੇ-ਪਾਸੇ ਜਿਹੜੀਆਂ ਸੰਗਤੀਆਂ ਉਹ ਸਾਰੀਆਂ ਗੜਬੜੇ। ਹਾਲੇਲੂਇਆ। ਹਾਲੇਲੂਇਆ। ਸੋ ਆ ਜਾਓ ਹੁਣ ਕਿਰਪਾ ਦਾ ਯੁੱਗ ਜਿਹੜਾ ਹੈ ਨਾ, ਇਹਦੇ ਵਿੱਚ ਕੀ ਚੱਕਰ ਪਿਆ ਹੋਇਆ ਹੈ ਕਿ ਸਾਡੇ ਕੋਲ ਮੌਕਾ ਹੈਗਾ। ਕਿਰਪਾ ਦਾ ਮਤਲਬ ਕੀ ਹੈ ਭਲਾ? ਮੌਕਾ ਆ। ਹਾਲੇਲੂਇਆ। ਹਾਲੇਲੂਇਆ। ਉਹ ਤੁਸੀਂ ਦੇਖ ਲਓ ਆਪਾਂ ਨੂੰ ਆਪਣੇ ਕੀ ਕੁਝ ਆਪਾਂ ਕਰ ਚੁੱਕੇ ਹਾਂ, ਕਿੰਨਾ ਘਿਨਾਉਣਾ ਕੰਮ ਆਪਾਂ ਕਰ ਚੁੱਕੇ ਹਾਂ, ਘਿਨਾਉਣੀਆਂ ਸੋਚਾਂ ਸੋਚ ਚੁੱਕੇ ਹਾਂ। ਖੁਦਾ ਦਾ ਕਹਿਰ ਨਹੀਂ ਆਇਆ। ਕਾਰਨ ਕੀ ਆ? ਹੁਣ ਤਖਤ ਕਿਰਪਾ ਤੇ ਬੈਠ ਕੇ ਉਹ ਫਿਰ ਕਹਿਰ ਨਹੀਂ ਨਾ ਕਰ ਸਕਦਾ। ਇਹਦੇ ਲਈ ਸਾਨੂੰ ਆਜ਼ਾਦ ਮਰਜ਼ੀ ਤੇ ਵੀ ਛੱਡਿਆ। ਬਣਨਾ ਵੀ ਆਜ਼ਾਦ ਮਰਜ਼ੀ ਦੇ ਨਾਲ। ਪਰ ਜੇ ਤੂੰ ਆਜ਼ਾਦ ਮਰਜ਼ੀ ਨਾਲ ਬਣਨ ਦਾ ਮਨ ਬਣਾਵੇਂ ਤੇ ਮੇਰੇ ਕੋਲ ਸਾਰਾ ਕੁਝ ਕੀ ਆ ਉਹ ਮੇਰੇ ਕੋਲ ਹੈਗਾ ਤੇਰੇ ਬਣਨ ਦੇ ਵਾਸਤੇ। ਹਾਲੇਲੂਇਆ। ਆ ਜਾਓ ਹਾਲੇਲੂਇਆ। ਅੱਗੇ ਆ ਜਾਓ। ਪਹਿਲਾ ਕਰੰਥੀਆਂ 6 ਅਧਿਆਏ ਉਹਦੀ 11 ਆਇਤ। और तुम में से कितने वैसे ही थे, परंतु तुम प्रभु यीशु मसीह के नाम से और हमारे परमेश्वर के आत्मा से धोए गए हाँ। और पवित्र हुए और धर्मी ठहरे। ਹਾਂ ਯਿਸੂ ਦੇ ਨਾਮ ਨਾਲ ਧੋਤੇ ਗਏ ਤੇ ਪਵਿੱਤਰ ਕੀਤੇ ਗਏ ਤੇ ਨਾਲ ਕੀ ਠਹਿਰੇ ਆ? ਧਰਮੀ ਠਹਿਰੇ ਆ। ਹਾਲੇਲੂਇਆ। ਹਾਲੇਲੂਇਆ। ਧਰਮੀ ਠਹਿਰੇ ਆਪਾਂ ਕਾਫੀ ਵਾਰੀ ਸੁਣਦੇ ਰਹਿੰਦੇ, ਇਹਨਾਂ ਤੇ ਗੀਤ ਵੀ ਬਣਾਏ ਗਏ ਹਨ। ਪਰ ਧਰਮੀ ਠਹਿਰੇ ਤੇ ਧਰਮੀ ਠਹਿਰਨਾ ਔਰ ਧਰਮੀ ਬਣਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ। ਹਾਲੇਲੂਇਆ। ਉਹਦੇ ਵੱਲੋਂ ਨਾ ਸੋਚੋਗਾ ਕਿ ਤੂੰ ਕੀ ਠਹਿਰਾ ਦਿੱਤਾ ਗਿਆ? ਧਰਮੀ। ਹੁਣ ਬਣਨ ਦਾ ਪ੍ਰੋਗਰਾਮ ਕਿਹਦੇ ਜਿੰਮੇ ਰੱਖਤਾ? ਹਾਲੇਲੂਇਆ। ਹਾਲੇਲੂਇਆ। ਇਹੀ ਆ ਵਚਨਾਂ ਦੇ ਵਿੱਚ ਜਦੋਂ ਅਸੀਂ ਖੁੱਬਦੇ ਆ, ਉਪਦੇਸ਼ ਦੇ ਨਾਲ ਭੁੱਖ ਪਿਆਸ ਰੱਖਦੇ ਤੇ ਸਾਨੂੰ ਉਹ ਗੱਲ ਅਗਲੀ ਖੁੱਲ ਕੇ ਮਿਲ ਜਾਂਦੀ ਆ। ਨਹੀਂ ਤਾਂ ਸਾਰਿਆਂ ਤੇ ਖੁੱਲਦੀ ਨਹੀਂ। ਉਹ ਧਰਮੀ ਠਹਿਰਾਏ ਗਏ ਤੇ ਸਮਝ ਲੈਂਦੇ ਅਸੀਂ ਕੀ ਹੋ ਗਏ ਬਈ? ਹਮ ਧਰਮੀ ਬਣ ਗਏ। ਧਰਮੀ ਠਹਿਰਾਏ ਗਏ, ਵਾਲਾਂ ਵੀ ਕੱਢੀ ਧਰਮੀ ਠਹਿਰਾਏ ਗਏ ਆ, ਸਭ ਕੁਝ ਕਰੀਓ ਧਰਮੀ। ਹਾਲੇਲੂਇਆ। ਫਿਰ ਉਹਨਾਂ ਨੂੰ ਆਪਣੇ ਤੇ ਅਫਸੋਸ ਵੀ ਹੈ ਨਹੀਂ। ਕੀ ਕਰਤੂਤਾਂ ਕਰਦੇ ਇਹਦੇ ਲਈ ਅਫਸੋਸ ਵੀ ਹੈ ਨਹੀਂ। ਪਰ ਜਦੋਂ ਧਰਮੀ ਠਹਿਰਾਉਂਦਾ ਹੈ ਖੁਦਾ ਤੇ ਇੱਕ ਇਨਸਾਨ ਦਾ ਫਿਰ ਮਨ ਵੀ ਕੀ ਹੁੰਦਾ ਆ? ਬਣਦਾ ਆ ਕਿ ਮੈਂ ਇਸ ਧਰਮ ਨੂੰ ਕੀ ਕਰਨਾ? ਕਮਾਉਣਾ ਆ। ਹਾਲੇਲੂਇਆ। ਜਿੱਦਾਂ ਕਹਿੰਦਾ ਮੈਂ ਮਸੀਹ ਨੂੰ ਕਿਸੇ ਤਰੀਕੇ ਨਾਲ ਖੱਟ ਲਵਾਂ, ਉਦਾਂ ਹੀ ਕਿਹਨੂੰ ਖੱਟਣਾ ਆ? ਧਰਮ ਨੂੰ ਵੀ ਖੱਟਣਾ। ਤੇ ਮਸੀਹ ਨੂੰ ਖੱਟਣਾ ਕੀਮਤ ਦਿੱਤੇ ਬਗੈਰ ਨਹੀਂ ਹੋਣਾ। ਧਾਰਮਿਕਤਾ ਨੂੰ ਵੀ ਖੱਟਣਾ ਆ ਤੇ ਕੀਮਤ ਜਿਹਨੂੰ ਖੱਟਣਾ ਆ ਉਹਦੇ ਲਈ ਕੀਮਤ ਦੇਣੀ ਪੈਣੀ ਆ। ਹਾਲੇਲੂਇਆ। 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 ਇਸ ਲਈ ਆਓ ਪੜ੍ਹਦੇ ਅੱਗੇ ਹੋਰ ਵਚਨ। ਯਸ਼ਾਇਆ 61 ਦੇ ਆਏ ਉਹਦੀ 10 ਆਏ। ਇਹ ਵਿਸ਼ੇ ਨੂੰ ਆਪਾਂ ਮੇਨ ਇਹਦੇ ਚ ਵਿਸ਼ਾ ਪਹਿਲਾਂ ਆਪਾਂ ਇਹ ਲੈ ਰਹੇ ਹਾਂ ਕਿ ਪਰਮੇਸ਼ਰ ਵੱਲੋਂ ਧਰਮੀ ਠਹਿਰਾਇਆ ਜਾਣਾ, ਜਿਹਦੇ ਵਿੱਚ ਆਪਾਂ ਮੈਂ ਰਿਪੀਟ ਕਰ ਦਵਾਂ ਕਿ ਇਹ ਗੱਲ ਤਾਂ ਕਿ ਸਮਝ ਆਉਂਦੀ ਜਾਵੇ। ਮੇਨ ਵਿਸ਼ਾ ਕੀ ਆਪਣਾ? ਪਰਮੇਸ਼ਰ ਵੱਲੋਂ ਧਰਮੀ ਠਹਿਰਾਇਆ ਜਾਣਾ। ਹਾਲੇਲੂਇਆ। ਔਰ ਉਹਦੇ ਵਿੱਚ ਉਹ ਵਸੀਲਾ ਕਿਹਨੂੰ ਰੱਖਦਾ ਹੈ? ਯਿਸੂ ਮਸੀਹ ਨੂੰ। ਤੇ ਇਹਦੇ ਚ ਅਸੀਂ ਵਿਵਸਥਾ ਦੇ ਕੰਮਾਂ ਦੇ ਨਾਲ ਧਰਮੀ ਠਹਿਰ ਸਕਦੇ ਨਹੀਂ। ਆਪਣੇ ਬਲ ਜ਼ੋਰ ਤਾਕਤ ਭਗਤੀ ਦੇ ਨਾਲ ਵੀ ਧਰਮੀ ਠਹਿਰ ਸਕਦੇ ਨਹੀਂ। ਸਾਨੂੰ ਮਸੀਹ ਦਾ ਇੱਕ ਸਮਾਚਾਰ ਮਿਲ ਗਿਆ। ਜਿਹੜੇ ਮਸੀਹ ਦੇ ਵਸੀਲੇ ਨਾਲ ਸਾਨੂੰ ਉਹਨੇ ਧਰਮੀ ਠਹਿਰਾਉਣਾ, ਉਸ ਮਸੀਹ ਦਾ ਕੀ ਮਿਲ ਗਿਆ ਆਪਾਂ ਨੂੰ? ਸੁਸਮਾਚਾਰ ਮਿਲ ਗਿਆ ਹੋਇਆ। ਹਾਲੇਲੂਇਆ। ਉਹ ਸੁਸਮਾਚਾਰ ਸਾਡੇ ਨਾਲ ਸਾਰੇ ਜਿੰਨੇ ਵਚਨ ਆਪਾਂ ਪੜ੍ਹੇ ਉਹ ਗੱਲਾਂ ਸਾਨੂੰ ਕੁਝ ਜ਼ਿੰਮੇਵਾਰੀਆਂ ਦੇ ਰਿਹਾ। ਜਿਹਦੇ ਮੈਂ ਹਿੰਟ ਨਹੀਂ ਲਗਾ ਰਿਹਾ, ਤੁਸੀਂ ਉਹਦੇ ਚੋਂ ਦੇਖ ਕੇ ਉਹਦਾ ਹਿੰਟ ਆਪਣੇ ਆਪ ਹੀ ਬਣਾ ਕੇ ਲਿਖਣਾ। ਹਾਲੇਲੂਇਆ। ਹਾਲੇਲੂਇਆ। ਇੱਥੇ ਸਿਰਫ ਸੁਸਮਾਚਾਰ ਵਿੱਚੋਂ ਦੀ ਕਿਸ ਪ੍ਰਕਾਰ ਦੇ ਨਾਲ ਕਿੱਦਾਂ ਸਾਡੇ ਨਾਲ ਧਰਮੀ ਠਹਿਰਾਉਂਦਾ ਖੁਦਾ ਮਸੀਹ ਦੇ ਵਸੀਲੇ, ਉਹ ਸਾਡੇ ਤੇ ਪ੍ਰਗਟ ਹੋਇਆ। ਯਸ਼ਾਇਆ 61 ਅਧਿਆਏ ਉਹਦੀ 10 ਆਇਤ ਪੜ੍ਹੀਏ। मैं यहोवा के कारण अति आनंदित होऊंगा। हाँ। मेरा प्राण परमेश्वर के कारण मगन रहेगा। हाँ। क्योंकि उसने मुझे उद्धार के वस्त्र पहनाए। ਉਹਨੇ ਮੈਨੂੰ ਕੀ ਪਵਾਇਆ ਭਲਾ? ਉਧਾਰ ਕੇ ਵਸਤਰ। ਉਧਾਰ ਦੇ ਮੁਕਤੀ ਦੇ ਵਸਤਰ ਪਵਾਏ ਆ। और धर्म की चादर ऐसे उड़ा दी है। ਹਾਂ, ਧਰਮ ਦੀ ਚਾਦਰ ਇਦਾਂ ਪਵਾ ਦਿੱਤੀ ਆ। जैसे दूल्हा फूलों की माला से ਜਿੱਦਾਂ अपने आप ਦੂਲੇ ਨੇ ਕੀ ਪਾਈ ਹੁੰਦੀ ਹੈ? ਇੱਕ ਫੁੱਲਾਂ ਦੀ ਮਾਲਾ ਪਾਈ ਹੁੰਦੀ ਆ। ਹਾਲੇਲੂਇਆ। और दुल्हन अपने गहनों से अपना श्रृंगार करती ਹਾਂ, है। ਦੁਲਹਨ ਨੇ ਕਿੱਦਾਂ ਕੀਤਾ ਆ? ਗਹਿਣਿਆਂ ਦੇ ਨਾਲ। ਜਿਹੜਾ ਦੁਲਹਨ ਦਾ ਗਹਿਣਿਆਂ ਦਾ ਜਿਹੜਾ ਸ਼ਿੰਗਾਰ ਹੈ ਨਾ, ਉਹ ਆ ਧਾਰਮਿਕਤਾ ਨੂੰ ਸ਼ੋ ਕਰਦਾ। ਹਾਲੇਲੂਇਆ। ਹਾਲੇਲੂਇਆ।
ਜਿਹਦੇ ਉਹਨੇ ਗਹਿਣੇ ਪਾਏ ਆ ਤੇ ਦੁੱਲੇ ਨੇ ਕੀ ਪਾਇਆ, ਜਿਹੜੀ ਮਾਲਾ ਪਾਈ। ਮਾਲਾ ਪਾਈ। ਸੋ ਸਾਨੂੰ ਇੱਥੇ ਇਸ ਪ੍ਰਕਾਰ ਵਚਨ ਸਮਝਾ ਰਿਹਾ ਹੈ, ਦੁੱਲੇ ਦੀ ਮਾਲਾ ਦੀ ਤਰ੍ਹਾਂ ਔਰ ਦੁਲਹਨ ਦੇ ਗਹਿਣਿਆਂ ਦੀ ਤਰ੍ਹਾਂ। ਇਹ ਵਚਨ ਸਾਡੇ ਲਈ ਗਹਿਣਾ ਹੀ ਹੈ ਨਾ। ਹਾਲੇਲੂਇਆ। ਸੋ ਇਹਦੇ ਥਰੂ ਸਾਨੂੰ ਕੀ ਕੀਤਾ, ਅੱਗੇ ਪੜ੍ਹ ਲਓ। ਹਾਂ 10 दोबारा पढ़ो। मैं यहोवा के कारण अति आनंदित होऊंगा। हाँ। मेरा प्राण परमेश्वर के कारण मगन रहेगा क्योंकि उसने मुझे उद्धार के वस्त्र पहनाए हाँ। और धर्म की चद्दर ऐसे उड़ा दी है जैसे दूल्हा फूलों की माला से अपने आप को सजाता हाँ। और दुल्हन अपने गहनों से अपना श्रृंगार करती है। ठीक है जी। यिर्मयाह 23 अध्याय ਉਹਦੀ 6 ਆਇਤ। यिर्मयाह 23 अध्याय ਉਹਦੀ 6 आयत। उसके दिनों में यहूदी लोग बचे रहेंगे और इजरायली लोग निडर बसे रहेंगे और यहोवा उसका नाम हमारी धार्मिकता रखेगा। हाँ हालेलुया। ਹਾਲੇਲੂਇਆ। यहोवा ਉਹਦਾ ਨਾਮ ਕੀ ਰੱਖੂਗਾ, ਹਮਾਰੀ ਧਾਰਮਿਕਤਾ। ਉਹਦਾ ਨਾਮ ਕਿਹਦਾ ਨਾਮ ਰੱਖੂਗਾ, ਹਮਾਰੀ ਧਾਰਮਿਕਤਾ ਜਾਂ ਸਾਡੀ ਧਾਰਮਿਕਤਾ, ਪ੍ਰਭੂ ਯਿਸੂ ਮਸੀਹ ਦਾ। ਕਿਉਂਕਿ ਮਸੀਹ ਦੇ ਵਸੀਲੇ ਨਾਲ ਸਾਨੂੰ ਕੀ ਕਰ ਰਿਹਾ, ਉਹ ਧਰਮੀ ਠਹਿਰਾ ਰਿਹਾ। ਤੇ ਲੋਕ ਉਹਨੂੰ ਕੀ ਕਹਿਣਗੇ, ਸਾਡੀ ਧਾਰਮਿਕਤਾ। ਹਾਲੇਲੂਇਆ। ਹਾਲੇਲੂਇਆ। या मेरे कपड़े या मेरे वस्त्र या मेरी माला या मेरा श्रृंगार, वो इस तरीके नाल उन्होंने पुकारेगा। हालेलुया। आज रोमियो 3:22 है। रोमियो का खत 3:22 है। अर्थात परमेश्वर की वह धार्मिकता हाँ। जो यीशु मसीह पर विश्वास करने से सब विश्वास करने वालों के लिए है। हाँ। क्योंकि कुछ भेद नहीं। हाँ। सो यीशु मसीह की धार्मिकता सारे विश्वास करने वाले दे वास्ते आ। ठीक है जी। और 5 अध्याय ਉਹਦੀ 18 आयत भी पढ़ लो। इसलिए जैसा एक अपराध सब मनुष्यों के लिए दंड की आज्ञा का कारण हुआ, वैसे ही एक धर्म का काम भी सब मनुष्यों के लिए जीवन के निमित्त धर्मी ठहराए जाने का कारण हुआ। हाँ, धर्म का एक काम जीवन के निमित्त धर्मी ठहराए जाने का कारण हो गया। पहला करंथियां 1 अध्याय ਉਹਦੀ 30 आयत। ਕੀ ਹੋਇਆ, जब बाहर इन्हें ठीक करके लिया फिल्म मड़े बाहर सेट हो जाते, नट बोल्ट बाहर पे। परंतु उसी की ओर से तुम मसीह यीशु में हो जो परमेश्वर की ओर से हमारे लिए ज्ञान ठहरा, अर्थात धर्म और पवित्रता और छुटकारा, ताकि जैसा लिखा है वैसा ही हो कि जो घमंड करे वह प्रभु में घमंड करे। हाँ ठीक है जी। सो जिन्हें भी हुण घमंड करना किहदे च करना है, प्रभु दे विच घमंड करना है, क्योंकि उन्हें प्रभु नूं की कर लिया है, पहन लिया। हालेलुया। अच्छा, दूसरा करंथियां 5:21 है। लिखने का काम थोड़ा ज्यादा रहूगा, एक दो दिन। जो पाप से अज्ञात था उसी को उसने हमारे लिए पाप ठहराया कि हम उसमें होकर परमेश्वर की धार्मिकता बन जाएं। दूसरा करंथियां 5:21 है। हाँ हाँ, पढ़ी। जो पाप से अज्ञात था उसी को उसने हमारे लिए पाप ठहराया। ਜਿਹੜਾ ਪਾਪ ਦਾ ਜਾਣੂ ਨਹੀਂ ਸੀ, ਪੰਜਾਬੀ ਚ ਲਿਖਿਆ ਹੋਇਆ ਇਦਾਂ, ਜਿਹੜਾ ਪਾਪ ਤੋਂ ਜਾਣੂ ਨਹੀਂ ਸੀ ਉਹਨੂੰ ਕੀ ਕਰਤਾ, ਸਾਡੇ ਲਈ ਪਾਪ ਠਹਿਰਾ ਦਿੱਤਾ। हालेलुया। हाँ, कि हम उसमें होकर परमेश्वर की धार्मिकता बन जाएं। हालेलुया। ਸਾਡੇ ਲਈ ਪਾਪ ਠਹਿਰਾ ਤਾਂ ਜਿੱਦਾਂ ਦੱਸਿਆ ਸੀ, ਉਹਦੇ ਚੋਂ ਕੱਢ ਕੇ ਉਹਦੀ ਧਾਰਮਿਕਤਾ ਸਾਡੇ ਤੇ ਰੱਖਤੀ ਤੇ ਸਾਡਾ ਪਾਪ ਉਹਦੇ ਉੱਤੇ ਰੱਖ ਦਿੱਤਾ। ਇਦਾਂ ਹੋਇਆ ਸਾਡੀ ਧਾਰਮਿਕਤਾ ਦਾ ਪ੍ਰੋਗਰਾਮ। ਹਾਲੇਲੂਇਆ। ਸਾਡੀ ਧਾਰਮਿਕਤਾ ਜਿੱਦਾਂ ਮੈਂ ਦੱਸਦਾ ਨਾ, ਜਿਹੜੀ ਸੰਗਤੀ ਸਾਡੀ ਆ, ਇਹ ਸਿਰ ਧਰ ਦੀ ਬਾਜੀ ਆ, ਇਹ ਉਹਦੇ ਥੋੜੀ ਆ। ਸੰਗਤੀ ਅਗਰ ਖੁਦਾ ਸਾਨੂੰ ਸੰਗਤ ਕਰਦਿਆਂ ਨੂੰ ਸੰਗਤੀ ਕਹੂਗਾ ਤੇ ਉਹਦੇ ਚ ਕਿਹੜੀ ਗੱਲ ਦਾ ਕਰਕੇ ਕਹੂਗਾ, ਜਦੋਂ ਸਾਡੇ ਤੇ ਮਸੀਹ ਦਾ ਸਿਰ ਹੋਊਗਾ। ਹਾਲੇਲੂਇਆ। ਤੇ ਸਾਡਾ ਸਿਰ ਨਜ਼ਰ ਆਊਗਾ ਨਹੀਂ, ਹੋਊਗਾ। इसी प्रकार ये धार्मिकता भी है ना, अंदरों देखो कितना खालिस चीजां
ਧਾਰਮਿਕਤਾ ਜਿਹੜੀ ਮਸੀਹ ਦੀ ਆ ਉਹ ਸਾਡੇ ਤੇ ਪਵਾ ਦਿੱਤੀ। ਮਸੀਹ ਤੇ ਸਾਡਾ ਪਾਪ ਆ। ਮਸੀਹ ਸਾਡਾ ਪਾਪ ਲੈਣ ਦੇ ਕਾਰਨ ਪਾਪੀ ਨਹੀਂ ਹੋ ਗਿਆ, ਹਨ ਪਾਪ ਹੋ ਗਿਆ। ਹਾਲੇਲੂਇਆ। ਕਿਉਂਕਿ ਪਾਪੀ ਤਾਂ ਹੁੰਦਾ ਜੇ ਉਹ ਆਪ ਕੋਈ ਪਾਪ ਕਰ ਜਾਂਦਾ, ਆਪ ਕੋਈ ਅਭਿਲਾਸ਼ਾ ਉਹਦੀ ਜਾਗ ਜਾਂਦੀ ਗੰਦੀ। ਹਾਲੇਲੂਇਆ। ਸੋ ਸਾਡੇ ਗੰਦ ਨੂੰ ਉਹਨੇ ਆਪਣੇ ਉੱਪਰ ਲੈ ਲਿਆ। ਉਹਦੀ ਅੰਦਰ ਦੀ ਸ਼ੁੱਧਤਾ ਦੇ ਕਾਰਨ, ਪੂਰਨਤਾ ਦੇ ਕਾਰਨ ਅਦੋਂ ਲੋਕ ਉਹਦਾ ਕੁਝ ਵੀ ਵਿਗਾੜ ਸਕਿਆ ਨਹੀਂ। ਪਰ ਜਿਹੜਾ ਉਹ ਲੈ ਗਿਆ ਪਾਪ ਸਾਡਾ, ਉਹ ਉਹਦੇ ਕਾਰਨ ਉਹਨੂੰ ਉੱਥੇ ਕੀ ਹੋਇਆ, ਥੋੜੀ ਦੇਰ ਦੇ ਲਈ ਤਕਲੀਫ ਸਹਿਣੀ ਪਈ। ਹਾਲੇਲੂਇਆ। ਸੋ ਉਹ ਉੱਥੋਂ ਆ ਗਿਆ ਨਾ ਵਾਪਸ। ਯਿਸੂ ਮਸੀਹ ਇਹ ਸਾਬਤ ਕਰਦਾ ਆ ਕਿ ਸਾਡੀ ਧਾਰਮਿਕਤਾ ਪੱਕੀ ਹੈ। ਹਾਲੇਲੂਇਆ। ਹਾਲੇਲੂਇਆ। ਸਾਡੀ ਧਾਰਮਿਕਤਾ ਪੱਕੀ ਹੈ ਤੇ ਉਹੋ ਹੀ ਸੱਚਾ ਹੈ, ਉਹੋ ਹੀ ਨੇਕ ਹੈ। ਕਿਉਂਕਿ ਹੋਰ ਕੋਈ ਆ ਸਕਦਾ ਨਹੀਂ, ਕਿਤੇ ਵੀ ਦਾਗ ਪਾਇਆ ਜਾਂਦਾ ਤੇ ਨਹੀਂ ਸੀ ਆ ਸਕਦਾ। ਹਾਲੇਲੂਇਆ। ਦੇਖ ਲਓ ਮੂਸਾ ਉਹਨਾਂ ਨੂੰ ਕਿਦਾਂ ਜਲਾਲ ਦੇ ਨਾਲ ਕਵਰ ਕੀਤਾ ਹੈ, ਚਿਹਰੇ 'ਚ ਵੀ ਰੋਸ਼ਨੀ ਨਿਕਲਦੀ, ਉੱਤੇ ਉਹਨੂੰ ਘੂੰਘਟ ਵੀ ਪਾਉਣਾ ਪੈਂਦਾ ਹੈ, ਪਰਦਾ ਵੀ ਪਾਉਣਾ ਪੈਂਦਾ ਹੈ। ਬਸ ਇੱਕ ਤਾਂ ਤੇ ਉੱਕ ਗਿਆ ਤੇ ਪ੍ਰੋਗਰਾਮ ਕੈਂਸਲ। ਹਾਲੇਲੂਇਆ। ਇਸੇ ਦੀ ਗਾਂ ਜਾ ਕੇ ਆਪਾਂ ਇਹਨਾਂ ਵਿਸ਼ਿਆਂ ਵਿੱਚ ਅੱਗੇ ਜਾ ਕੇ ਦੇਖਣਾ ਕਿ ਉਹ ਕਿੱਦਾਂ ਹਾਰੂਨ ਤੋਂ ਉੱਤਮ ਆ, ਕਿੱਦਾਂ ਮਸੀਹ ਤੋਂ ਉੱਤਮ ਆ, ਕਿੱਦਾਂ ਵਿਵਸਥਾ ਤੋਂ ਉੱਤਮ ਆ। ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਹੌਲੀ ਹੌਲੀ ਦੇਖਦੇ ਜਾਵਾਂਗੇ। ਪਰ ਇੱਥੇ ਆਪਾਂ ਧਾਰਮਿਕਤਾ ਦੇ ਉੱਤੇ ਆਏ ਹੋਏ ਹਾਂ। ਸੋ ਰੋਮੀਓ 5:9। ਹਾਂਜੀ, ਰੋਮੀਓ 5 ਅਧਿਆਇ ਉਹਦੀ 9 ਆਇਆ। सो जबकि हम अब उसके लहू के कारण धर्मी ठहरे, हाँ। तो उसके द्वारा क्रोध से क्यों ना बचेंगे। हाँ, क्रोध से। उसके क्रोध से द्वारा परमेश्वर के क्रोध से क्यों हाँ। ना बचेंगे? परमेश्वर के क्रोध से क्यों ना बचेंगे? हाँ, तुझे पढ़ दे तो अंत जब कि हम उसके द्वारा, उसके लहू के द्वारा धर्मी ठहरे, हाँ। तो उसके द्वारा परमेश्वर के क्रोध से क्यों ना बचेंगे? क्रोध किहदा है? परमेश्वर परमेश्वर का है। और परमेश्वर का क्रोध है प्रभु दी की दया है। दया। ਕਿਰਪਾ ਆਪਣੇ ਕਿਹਦੇ ਚ ਰੱਖੀ ਹੋਈ ਆ? ਪ੍ਰਭੂ ਦੇ ਵਿੱਚ। ਹਾਲੇਲੂਇਆ। ਇਸ ਲਈ ਜਦੋਂ ਉਹਨੇ ਲਹੂ ਬਹਾਤਾ ਹੈ ਤੇ ਕ੍ਰੋਧ ਤੋਂ ਕੀ ਹੋ ਜਾਵਾਂਗੇ? ਅਸੀਂ ਬਚ ਜਾਵਾਂਗੇ ਪਰਮੇਸ਼ਰ। ਸੋ ਇਹ ਧਾਰਮਿਕਤਾ ਪਹਿਨਿਆ ਹੋਇਆ ਉਹਦੇ ਕ੍ਰੋਧ ਦਾ ਸ਼ਿਕਾਰ ਹੋ ਸਕਦਾ ਨਹੀਂ। ਆ ਜਾਓ ਅੱਗੇ ਆ ਜਾਓ, ਰੋਮੀਓ 4:25 ਆਏ। वह हमारे अपराधों के लिए पकड़वाया गया, हाँ। और हमारे धर्मी ठहरने के लिए जिलाया भी गया। हाँ, हमें धर्मी ठहराने के लिए जलाया भी गया। पापा ਦੇ ਲਈ ਕੀ ਕੀਤਾ ਗਿਆ ਭਲਾ? हाँ पकड़वाया गया। हाँ हाँ, पढ़िए पूरा दोबारा। वह हमारे अपराधों के लिए पकड़वाया गया, अपराधां ਦੇ ਲਈ ਕੀ ਕੀਤਾ ਗਿਆ? पकड़वाया गया। और हमारे धर्मी ठहरने के लिए जिलाया भी गया। जिलाया भी गया। हालेलुया। हालेलुया। ठीक है, साढ़े धर्मी ठहर लिए पकड़वाया गया है वो धर्मी। रोमियो 4:25। हाँ, पहला कुरिन्थियों 15:17। पहला कुरिन्थियों 15:17। और यदि मसीह नहीं जी उठा तो तुम्हारा विश्वास व्यर्थ है। ऐसे पलूस ने फिर एंड कर दिता सारिया गल्लां दा, है ना? जो भी भक्ति दे नाल रिलेटेड सीगी, बंदगी नाल रिलेटेड सी, जीवन नाल रिलेटेड सी, सारिया गल्लां नूं इत्थे क्लीयर ही उन्हें कर दिता है भी जेकर ये काम नहीं होया ते ओदा फिर की बनूगा अपना। दोबारा आ जाओ। और यदि मसीह नहीं जी उठा, हाँ जी। तो तुम्हारा विश्वास व्यर्थ है, हाँ। और तुम अब तक अपने पापों में फंसे हो। हाँ, क्योंकि पकड़वाया गया ते साडे लिए क्या मुर्दियां विचों जी उठिया। पहला ये आ, अग्गों गल किदां पूरी की जा रही है? जे वो नहीं जी उठिया ते साडा विश्वास करना की हो गया भला? व्यर्थ। हालेलुया। हाँ, ठीक है जी। अगे आ जाओ, जबूर 32 ओदी 1 और 1 है, 1 ते 2 है। जबूर 32 ओदी 1 ते 2 है। क्या ही धन्य है वह हाँ। जिसका अपराध
क्षमा किया गया। ਕਿੰਨਾ ਧੰਨ ਬੰਦਾ ਆ ਉਹ ਜਿਹਦੇ ਅਪਰਾਧ ਕੀ ਕਰ ਦਿੱਤੇ ਗਏ ਆ ਭਲਾ क्षमा ਕੀਤੇ ਗਏ ਆ। ਹਾਂ क्या ही धन्य है वह जिसका अपराध क्षमा किया गया और जिसका पाप ढांपा गया हो। ढांपा गया हो। क्या ही धन्य है वह मनुष्य जिसके अधर्म का यहोवा लेखा ना ले और जिसकी आत्मा में कपट ना हो। कपट ना हो, लेखा ना लगे, आत्मा विच कपट ना होवे। ਇਹਦਾ ਮਤਲਬ ਜੇਕਰ ਆਤਮਾ ਚ ਕਪਟ ਨਹੀਂ ਹੋਊਗਾ ਤਾਂ ਫਿਰ ਉਹ ਲੇਖਾ ਲਊਗਾ ਨਹੀਂ। ਹਾਲੇਲੂਇਆ ਹਾਲੇਲੂਇਆ। ਜੇ ਆਤਮਾ ਵਿੱਚ ਕਪਟ ਨਹੀਂ ਹੋਗਾ ਤੇ ਉਹ ਲੇਖਾ ਵੀ ਨਹੀਂ ਲਊਗਾ ਤੇ ਸਾਡਾ ਪਾਪ ਵੀ ਕੀ ਕੀਤਾ ਰਹੂਗਾ, ਟਕਿਆ ਰਹੂਗਾ। ਹਾਲੇਲੂਇਆ। ਇਸ ਲਈ ਸਾਡੇ ਆਤਮਾ ਦੇ ਕਪਟ ਨੂੰ ਦੂਰ ਕਰਨ ਦੇ ਲਈ ਅਸੀਂ ਉਹਦੀ ਧਾਰਮਿਕਤਾ ਨੂੰ ਕੀ ਕਰਨਾ ਆ, ਪਹਿਨ ਲੈਣਾ। ਹਾਲੇਲੂਇਆ ਹਾਲੇਲੂਇਆ। ਆ ਜਾਓ ਜ਼ਬੂਰ 4 ਉਹਦੀ 6 ਤੋਂ 8 ਹੈ ਜੀ ਦੇਖੋ। पढ़ो। बहुत से हैं जो कहते हैं हाँ। हमको कुछ भलाई दिखाएगा। हाँ। हे यहोवा तू अपने मुख का प्रकाश हम पर चमका। हाँ तूने मेरे मन में उससे कहीं अधिक आनंद भर दिया है। हाँ। जो उनको अन्न और दाख मधु की बढ़ती से होता था। हाँ। मैं शांति से लेट जाऊंगा और सो जाऊंगा। हाँ। क्योंकि हे यहोवा केवल तू ही मुझको एकांत में निश्चिंत रहने देता है। ਹਾਲੇਲੂਇਆ। ਜਦੋਂ ਮੈਂ ਇਕੱਲਾ ਹੁੰਨਾ, ਸੋਚਾਂ ਵਿੱਚ ਪਿਆ ਹੁੰਨਾ, ਮੇਰਾ ਕੀ ਬਣੂ, ਮੇਰੀ ਜ਼ਿੰਦਗੀ ਦਾ ਕੀ ਬਣੂ, ਮੇਰੇ ਪਰਿਵਾਰ ਦਾ ਕੀ ਬਣੂ। ਹਾਲੇਲੂਇਆ। ਤੇ ਆਤਮਿਕ ਗੱਲਾਂ ਸੋਚਦੇ, ਮੇਰੇ ਬਿਜ਼ਨਸ ਦੇ ਵਿੱਚ ਮੈਂ ਗੱਲ ਕਰਦਾ, ਮੇਰੀ ਜ਼ਰੂਰਤਾਂ ਦੀ ਕਰਦਾ, ਮੇਰਾ ਕੀ ਬਣੂ, ਮੇਰੇ ਪਰਿਵਾਰ ਦਾ ਕੀ ਬਣੂ, ਜਾਨ ਦਾ ਕੀ ਬਣੂ। ਇਦਾਂ ਦੀ ਗੱਲਾਂ ਕਾਂਤ ਵਿੱਚ ਸੋਚਦੇ ਆ, ਇਕੱਲੇਪਨ ਵਿੱਚ ਸੋਚਦੇ ਆ ਤੇ ਖੁਦਾ ਕੀ ਕਰਦਾ, ਉਹ ਜਗ੍ਹਾ ਤੇ ਮੈਨੂੰ ਚੈਨ ਦਿੰਦਾ ਆ, ਤਸੱਲੀ ਦਿੰਦਾ ਆ, ਵਚਨ ਦੇ ਦੁਆਰਾ ਮੇਰੇ ਨਾਲ ਗੱਲਾਂ ਕਰਦਾ ਆ। ਹਾਲੇਲੂਇਆ। ਆ ਜਾਓ ਅੱਗੇ ਆ ਜਾਓ ਯਸ਼ਾਇਆ 50 ਅਧਿਆਇ ਉਹਦੀ 8 ਤੇ 9 ਆਇਤ। ਯਸ਼ਾਇਆ 50 ਉਹਦੀ 8 ਤੇ 9 ਆਇਤ। जो मुझे धर्मी ठहराता है हाँ। वह मेरे निकट है। मेरे साथ कौन मुकदमा करेगा। हम आमने सामने खड़े हो। ਹਾਂ ਜਿਹੜਾ ਮੈਨੂੰ ਧਰਮੀ ਠਹਿਰਾਉਂਦਾ ਉਹ ਮੇਰੇ ਕਿੱਥੇ ਆ ਭਲਾ, ਨਿਕਟ ਆ, ਲਾਗੇ ਆ। ਹਾਲੇਲੂਇਆ। ਉਹ ਦੂਰ ਹੈਗਾ ਨਹੀਂ, ਦੂਰ ਨਹੀਂਗਾ, ਕਿੱਥੇ ਭਲਾ, ਲਾਗੇ ਹੀ ਆ। ਹਾਲੇਲੂਇਆ। ਹਾਂਜੀ मेरा विरोधी कौन है वह मेरे निकट आए। सुनो प्रभु यहोवा मेरी सहायता करता है। हाँ। मुझे कौन दोषी ठहरा सकेगा। हाँ। देखो वे सब कपड़े के समान पुराने हो जाएंगे। उनको कीड़े खा जाएंगे। ਹਾਂ 9 ਤੱਕ ਨਾ, हाँ। ਠੀਕ ਹੈ। ਅੱਗੇ ਆ ਜਾਓ 54 ਯਸ਼ਾਇਆ 54 ਉਹਦੀ 17 ਆਇਤ। जितने हथियार तेरी हानि के लिए बनाए जाएं, उनमें से कोई सफल ना होगा। हाँ। और जितने लोग मुद्दई होकर तुझ पर नालिश करें, हाँ। उन सबों से तू जीत जाएगा। हाँ। यहोवा के दासों का यही भाव होगा। हाँ। और वह मेरे ही कारण धर्मी ठहरेंगे। हाँ। यहोवा की यही वाणी है। ਉਹ ਮੇਰੇ ਹੀ ਕਾਰਨ ਕੀ ਕਰਨਗੇ, ਧਰਮੀ ਠਹਿਰਨਗੇ। ਹਾਲੇਲੂਇਆ। ਸੋ ਫਿਰ ਥੋੜਾ ਜਿਹਾ ਪਿੱਛੇ ਮੁੜ ਕੇ ਆਉਂਦੇ ਆ। ਇਹ ਸੁਸਮਾਚਾਰ ਦੇ ਥਰੂ ਸਾਡੇ ਕੋਲ ਇਹ ਆਸ਼ੀਸ਼ ਦੇ ਵਚਨ ਹੈਗੇ ਆ। ਕਿੱਦਾਂ ਪ੍ਰਭੂ ਸਾਡੇ ਅਧਰਮ ਨੂੰ ਦੂਰ ਕਰ ਰਿਹਾ, ਕਿੱਦਾਂ ਸਾਨੂੰ ਚੈਨ ਦੇ ਰਿਹਾ ਆ, ਕਿੱਦਾਂ ਉਹ ਸਾਡੀ ਧਾਰਮਿਕਤਾ ਬਣ ਰਿਹਾ ਹੈ। ਹਾਲੇਲੂਇਆ। ਹਾਲੇਲੂਇਆ। ਅੱਜ ਰੋਮੀਓ 8 ਉਹਦੀ 33 ਤੇ 34 ਹੈ। 4-5 ਐਸਾ ਹੋਰ ਔਖੇ ਸੌਖੇ ਪੜ੍ਹ ਲਓ, ਇਸ ਤੋਂ ਅੱਗੇ ਵਧਾਂਗੇ। परमेश्वर के चुने हुओं पर दोष कौन लगाएगा। परमेश्वर वह है जो उनको धर्मी ठहराने वाला है। हाँ, ਜਦੋਂ ਪਰਮੇਸ਼ਰ ਹੀ ਧਰਮੀ ਠਹਿਰਾਤਾ ਕੌਣ ਦੋਸ਼ ਲਗਾਊਗਾ। ਹਾਲੇਲੂਇਆ। ਆਪਣੇ ਤੇ ਦੋਸ਼ ਲੱਗਦੇ ਰਹਿੰਦੇ ਨਾ। ਹਾਲੇਲੂਇਆ। ਜੇ ਸਾਨੂੰ ਪਰਮੇਸ਼ਰ ਨੇ ਧਰਮੀ ਠਹਿਰਾਇਆ ਤੇ ਉਹਦੇ ਦੋਸ਼ਾਂ ਦੇ ਲਾਉਣ ਦੇ ਨਾਲ ਸਾਨੂੰ ਕੋਈ ਫਰਕ ਪੈਣ ਵਾਲਾ ਨਹੀਂ। ਹਾਲੇਲੂਇਆ। ਜੇ ਉਹਨੇ ਮੈਨੂੰ ਧਰਮੀ ਠਹਿਰਾਇਆ ਆ ਤੇ ਮੈਂ ਆਪਣੇ ਆਪ ਨੂੰ ਮੇਰੇ ਪਰਮੇਸ਼ਰ ਦੇ ਅੱਗੇ ਕੀ ਬਣਾ ਕੇ ਰੱਖਣਾ ਆ, ਧਰਮੀ ਬਣਾ ਕੇ ਰੱਖਣਾ। ਦੁਨੀਆ ਦੋਸ਼ ਕੋਈ ਵੀ ਲਵਾਵੇ ਉਹਦੇ ਵੱਲ ਖੁਦਾ ਨੇ ਦੇਖਣਾ ਨਹੀਂ। ਹਾਂਜੀ ਹਾਂਜੀ 34 ਤੱਕ। फिर कौन है हाँ। जो दंड की आज्ञा देगा। मसीह वह है
जो मर गया वरन मुर्दों में से भी जी उठा और परमेश्वर की दाहिनी ओर है और हमारे लिए निवेदन भी करता है। हालेलुया। परमेश्वर सानू धर्मी ठहरा रहा है ते प्रभु यीशु मसीह की कर रहा है, निवेदन कर रहा है ਸਾਡੇ ਲਈ। हालेलुया। इन्हें आप भागा वाले लोग हैं। ਹਾਲੇਲੂਇਆ। लोकी ने तो मत्थे रगड़ते आ, किन्ने किन्ने जप तप करते आ, पर फिर भी उन्होंने कोई ढोई हैगी नहीं। तीतुस की किताब 3:7 आए। तीतुस 3:7 तीतुस 3:7 है। जिससे हम उसके अनुग्रह से धर्मी इधर मुंह मेरे करो, इधर ओए इधर इधर दिखाओ, इधर मुंह मेरे करो, डंडा ले आओ। हाँ हाँ बोलो। जिससे हम हाँ उसके अनुग्रह से धर्मी ठहरकर हाँ अनंत जीवन की आशा के अनुसार वारिस बने। हाँ अनंत जीवन की आशा के द्वारा की बन गए ਆਪਾਂ ਵਾਰਿਸ बन गए। और रोमियो 8:30 ऐसे कुछ नोट पढ़ के प्रार्थना करता। रोमियो 8:30 है। फिर जिन्हें उसने पहले से ठहराया हाँ। उन्हें बुलाया भी हाँ। और जिन्हें बुलाया उन्हें धर्मी भी ठहराया। पहला तो ठहराया है, बुलाया है ना, हाँ जी। ते धर्मी की किताब भला ठहराया है। हालेलुया। और जिन्हें धर्मी ठहराया हाँ। उन्हें महिमा भी दी। महिमा भी दी। ਹਾਲੇਲੂਇਆ। ਸੋ ਸਾਨੂੰ ਇਹਨਾਂ ਦਿਨਾਂ ਵਿੱਚ ਕਿਸ ਉਮੀਦ ਚ ਰਹਿਣਾ ਆ, ਜਿਹੜੀ ਉਹਨੇ ਸਾਨੂੰ ਧਰਮੀ ਠਹਿਰਾ ਕੇ ਧਰਮੀ ਬਣਨ ਤੋਂ ਬਾਅਦ ਮਹਿਮਾ ਦੇਣੀ ਆ, ਮੈਂ ਉਹਨੂੰ ਵੱਧ ਤੋਂ ਵੱਧ ਉਸ ਮਹਿਮਾ ਨੂੰ ਕੀ ਕਰ ਸਕਾਂ, ਪ੍ਰਾਪਤ ਕਰ ਸਕਾਂ। ਹਾਲੇਲੂਇਆ। ਸਾਡੀ ਆਸ਼ਾ ਇਹ ਹੋਣੀ ਚਾਹੀਦੀ। ਹਾਲੇਲੂਇਆ। ਇਹ ਨਾ ਹੋਵੇ ਕਿ ਮੈਂ ਆਪਣੀ ਧਾਰਮਿਕਤਾ ਦਾ ਅਜ਼ਰ ਹੀ ਖਤਮ ਕਰਦਾ ਜਾਵਾਂ ਤੇ ਉੱਥੇ ਘਟਦਾ ਅਸੀਂ ਸਵਰਗ ਦੀ ਉਸ ਹਿੱਸੇ ਤੇ ਚਲ ਜਾਈਏ ਜਿੱਥੇ ਸ਼ਰਮ ਹੀ ਸ਼ਰਮ ਹੈ। ਹਾਲੇਲੂਇਆ। ਹਾਲੇਲੂਇਆ। ਅਸੀਂ ਵਧੀਏ ਜਿੱਥੋਂ ਤੱਕ ਵੀ ਖੁਦਾ ਚਾਹੁੰਦਾ ਸਾਨੂੰ ਹੱਥ ਪਾਇਆ ਆ, ਉਸ ਗੱਲ ਨੂੰ ਆਪਾਂ ਪਾ ਲਈਏ ਸਾਰੇ ਜਣੇ। ਹਾਲੇਲੂਇਆ। हालेलुया। एक वचन पढ़ के फिर प्रार्थना करते हैं। निर्गमन कूच 23:7 है। कूच की किताब 23:7 है। झूठे मुकदमे से दूर रहना हाँ। और निर्दोष और धर्मी को घात ना करना, हाँ। क्योंकि मैं दुष्ट को निर्दोष ना ठहराऊंगा। हाँ हालेलुया। इसलिए कदी भी सानू कोशिश करनी आ किसी ਨੂੰ ਵੀ ਜਿਹੜਾ ਚੱਲ ਰਿਹਾ ਆ ਖੁਦਾ ਦੀ ਵਿੱਚ, ਜਿਹੜਾ ਆਪਣੀ ਇੱਕ ਜੀਵਨ ਨੂੰ ਦਿਖਾ ਰਿਹਾ ਆ, ਉਹਦੇ ਤੇ ਕਦੀ ਵੀ ਕੋਈ ਦੋਸ਼ ਲਗਾਈਏ ਨਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਉਹਨੂੰ ਬਰਦਾਸ਼ਤ ਕਰੂਗਾ ਨਹੀਂ। ਹਾਲੇਲੂਇਆ। ਸੋ ਆਓ ਅੱਖਾਂ ਬੰਦ ਕਰ ਦਿੱਤਾ। ਪ੍ਰਭੂ ਜੀ ਧੰਨਵਾਦ ਕਰਦੇ ਹਾਂ ਅੱਜ ਅੱਛੇ ਸਮੇਂ ਲਈ ਬੈਠ ਕੇ ਜਦੋਂ ਤੇਰੇ ਵਚਨ ਤੇ ਮਨਨ ਹੋਇਆ। धार्मिकता खुदावन तेरे कोलों आ खुदावन और वसीला मसीह और प्रभु और सुसमाचार के द्वारा साडे तक संदेश पहुंच गया। ਅਸੀਂ ਕਿੱਦਾਂ ਉਸ ਧਰਮ ਨੂੰ ਪਾ ਸਕਦੇ ਹਾਂ, ਕਿੱਦਾਂ ਅਸੀਂ ਆਪਣੇ ਅਪਰਾਧਾਂ ਨੂੰ ਦੂਰ ਕਰ ਸਕਦੇ ਹਾਂ ਔਰ ਕਿੱਦਾਂ ਉਸ ਮਹਿਮਾ ਨੂੰ ਪਾ ਸਕਦੇ ਹਾਂ ਜੋ ਸਾਡੇ ਲਈ ਰੱਖੀ ਹੋਈ। ਹਾਲੇਲੂਇਆ। ਮੈਂ ਪ੍ਰਾਰਥਨਾ ਕਰਦਾ ਖੁਦਾਵੰਦ ਸਾਨੂੰ ਉਸ ਪੜਾਅ ਤੱਕ ਪੂਰੀ ਤਰ੍ਹਾਂ ਪਹੁੰਚਣ ਦਿਓ ਔਰ ਮਦਦ ਕਰੋ ਪ੍ਰਭੂ ਯਿਸੂ ਮਸੀਹ ਨਾਮ ਵਿੱਚ। ਆਮੀਨ। ਉਹ ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਫਾਖਰਾ ਕੋਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਨਾਲ ਹੁੰਦੀ ਰਹੇ। ਆਮੀਨ। ਹਾਲੇਲੂਇਆ।